ਸਤਿ ਸ੍ਰੀ ਅਕਾਲ। ਆਓ ਅੱਜ ਬਚਿੰਤ ਕੌਰ ਜੀ ਦੀ ਲਿਖੀ ਇੱਕ ਬਹੁਤ ਹੀ ਦਿਲ ਟੁੰਬਵੀ ਪੰਜਾਬੀ ਕਹਾਣੀ ਤੇ ਗੱਲ ਕਰਦੇ ਹਾਂ, ਜਿਸ ਦਾ ਨਾਂ ਹੈ ਦੁੱਧ ਤੇ ਪੁੱਤ। ਵੇਖਣ ਨੂੰ ਤਾਂ ਇਹ ਸਿਰਫ ਇੱਕ ਪਰਿਵਾਰ ਦੀ ਕਹਾਣੀ ਲੱਗਦੀ ਹੈ, ਪਰ ਅਸਲ ਵਿੱਚ ਇਹ ਉਹ ਸਮਾਜ ਦੀ ਤਸਵੀਰ ਹੈ ਜਿੱਥੇ ਰਿਸ਼ਤੇ ਹੌਲੀ-ਹੌਲੀ ਬਦਲ ਰਹੇ ਨੇ ਤੇ ਕਦਰਾਂ-ਕੀਮਤਾਂ ਕਿਤੇ ਨਾ ਕਿਤੇ ਟੁੱਟ ਰਹੀਆਂ ਨੇ। ਚਲੋ ਫਿਰ ਇਸ ਕਹਾਣੀ ਦੇ ਦਰਦ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਕਹਾਣੀ ਦੀ ਸ਼ੁਰੂਆਤ ਹੀ ਬਾਬਾ ਬਰੂ ਦੇ ਇਸ ਦਰਦ ਭਰੇ ਸਵਾਲ ਨਾਲ ਹੁੰਦੀ ਹੈ। ਉਹ ਇਹ ਗੱਲ ਆਪਣੀ ਮਰਹੂਮ ਪਤਨੀ ਨਾਲ ਕਰ ਰਿਹਾ ਹੈ। ਸੋਚ ਕੇ ਦੇਖੋ, ਇਹ ਸਿਰਫ ਇੱਕ ਲਾਈਨ ਨਹੀਂ, ਬਲਕਿ ਇੱਕ ਟੁੱਟੇ ਹੋਏ ਸੁਪਨੇ ਤੇ ਡੂੰਗੀ ਨਿਰਾਸ਼ਾ ਦੀ ਆਵਾਜ਼ ਹੈ। ਤੇ ਇਹੀ ਭਾਵਨਾ, ਇਹੀ ਦਰਦ ਇਸ ਪੂਰੀ ਕਹਾਣੀ ਦੀ ਜੜ ਹੈ। ਤਾਂ ਫਿਰ ਆਪਾਂ ਇਸ ਕਹਾਣੀ ਨੂੰ ਹੋਰ ਗਹਿਰਾਈ ਨਾਲ ਸਮਝਦੇ ਹਾਂ। ਸਭ ਤੋਂ ਪਹਿਲਾਂ ਆਪਾਂ ਬਾਬਾ ਬਰੂ ਦੀ ਉਸ ਖੁਸ਼ਹਾਲ ਜ਼ਿੰਦਗੀ ਬਾਰੇ ਜਾਣਾਂਗੇ ਜੋ ਪਹਿਲਾਂ ਹੁੰਦੀ ਸੀ। ਫਿਰ ਦੇਖਾਂਗੇ ਕਿ ਉਹ ਕਿਹੜਾ ਮੋੜ ਸੀ ਜਿੱਥੇ ਸਭ ਕੁਝ ਉਲਟ-ਪੁਲਟ ਹੋ ਗਿਆ। ਇਸ ਤੋਂ ਬਾਅਦ ਆਪਾਂ ਪੁੱਤਾਂ ਦੇ ਇਸ ਰਵੱਈਏ ਪਿੱਛੇ ਦਾ ਕਾਰਨ ਸਮਝਾਂਗੇ ਤੇ ਅਖੀਰ ਵਿੱਚ ਇਹ ਦੇਖਾਂਗੇ ਕਿ ਇਹ ਕਹਾਣੀ ਸਾਡੇ ਸਮਾਜ ਨੂੰ ਕੀ ਸੰਦੇਸ਼ ਦਿੰਦੀ ਹੈ। ਤਾਂ ਚਲੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਹਾਣੀ ਦੇ ਪਹਿਲੇ ਹਿੱਸੇ ਦੀ। ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਸ ਦੁਖਾਂਤ ਤੋਂ ਪਹਿਲਾਂ ਬਾਬਾ ਬਰੂ ਅਸਲ ਵਿੱਚ ਸੀ ਕੌਣ ਤੇ ਉਹਨਾਂ ਦੀ ਜ਼ਿੰਦਗੀ ਕਿਹੋ ਜਿਹੀ ਸੀ। ਦੇਖੋ, ਇੱਕ ਸਮਾਂ ਸੀ ਜਦੋਂ ਬਾਬਾ ਬਰੂ ਇੱਕ ਵੱਡੇ ਭਰੇ-ਪੂਰੇ ਪਰਿਵਾਰ ਦਾ ਇੱਜ਼ਤਦਾਰ ਮੁਖੀ ਹੁੰਦਾ ਸੀ। ਪਤਨੀ ਦਾ ਸਾਥ ਸੀ, 5 ਪੁੱਤਰ ਸਨ ਤੇ ਘਰ ਪੋਤੇ-ਪੋਤੀਆਂ ਦੀਆਂ ਕਿਲਕਾਰੀਆਂ ਨਾਲ ਗੂੰਜਦਾ ਰਹਿੰਦਾ ਸੀ। ਪਿੰਡ ਵਿੱਚ ਲੋਕ ਉਹਨਾਂ ਨੂੰ ਵੱਡੇ ਪਰਿਵਾਰ ਵਾਲਾ ਕਹਿ ਕੇ ਸਨਮਾਨ ਦਿੰਦੇ ਸਨ, ਪਰ ਕਿਸੇ ਨੂੰ ਕੀ ਪਤਾ ਸੀ ਕਿ ਇਹ ਖੁਸ਼ਹਾਲੀ ਦੀ ਤਸਵੀਰ ਬਸ ਕੁਝ ਹੀ ਪਲਾਂ ਦੀ ਮਹਿਮਾਨ ਸੀ। ਤੇ ਹੁਣ ਆਪਾਂ ਕਹਾਣੀ ਦੇ ਉਸ ਹਿੱਸੇ ਵੱਲ ਵਧਦੇ ਹਾਂ ਜਿੱਥੇ ਬਾਬਾ ਗੁਰੂ ਦੀ ਜ਼ਿੰਦਗੀ ਵਿੱਚ ਇੱਕ ਅਜਿਹਾ ਦੁਖਦਾਈ ਮੋੜ ਆਇਆ ਕਿ ਸਭ ਕੁਝ ਤਹਿਸ-ਨਹਿਸ ਹੋ ਕੇ ਰਹਿ ਗਿਆ। ਉਸ ਖੁਸ਼ਹਾਲ ਪਰਿਵਾਰ ਦੀ ਨੀਂਹ ਉਦੋਂ ਹਿੱਲ ਗਈ ਜਦੋਂ ਬਾਬੇ ਦੀ ਪਤਨੀ ਇਸ ਦੁਨੀਆ ਤੋਂ ਚਲੀ ਗਈ। ਉਹ ਸਿਰਫ ਉਹਨਾਂ ਦੀ ਪਤਨੀ ਹੀ ਨਹੀਂ ਸੀ, ਸਗੋਂ ਪੂਰੇ ਪਰਿਵਾਰ ਨੂੰ ਇੱਕ ਧਾਗੇ ਵਿੱਚ ਬੰਨ੍ਹ ਕੇ ਰੱਖਣ ਵਾਲੀ ਇੱਕ ਮਜ਼ਬੂਤ ਕੜੀ ਸੀ। ਉਹਦੇ ਜਾਂਦਿਆਂ ਹੀ ਪਰਿਵਾਰ ਖਿੰਡ ਗਿਆ ਤੇ ਪੁੱਤਰਾਂ ਨੇ ਤਾਂ ਜਿਵੇਂ ਆਪਣੇ ਪਿਤਾ ਪ੍ਰਤੀ ਆਪਣੀ ਸਾਰੀ ਜ਼ਿੰਮੇਵਾਰੀ ਤੋਂ ਮੂੰਹ ਹੀ ਮੋੜ ਲਿਆ ਹੋਵੇ। ਮਾਂ ਦੇ ਜਾਣ ਤੋਂ ਬਾਅਦ ਪੁੱਤਰਾਂ ਨੇ ਜ਼ਿੰਮੇਵਾਰੀ ਤੋਂ ਬਚਣ ਲਈ ਇੱਕ ਬੜਾ ਠੰਡਾ ਜਿਹਾ ਹੱਲ ਕੱਢਿਆ। ਉਹਨਾਂ ਨੇ ਤੈਅ ਕੀਤਾ ਕਿ ਬਾਬਾ ਹੁਣ ਵਾਰੀ-ਵਾਰੀ ਸਾਰੇ ਪੁੱਤਰਾਂ ਕੋਲ ਰਹੇਗਾ। ਇਹ ਕੋਈ ਹੱਲ ਥੋੜੀ ਸੀ, ਇਹ ਤਾਂ ਇੱਕ ਸਜ਼ਾ ਸੀ। ਬਾਬੇ ਨੂੰ ਇੱਕ ਘਰ ਤੋਂ ਦੂਜੇ ਘਰ ਧੱਕਿਆ ਜਾਣ ਲੱਗਾ, ਜਿਵੇਂ ਉਹ ਕੋਈ ਇਨਸਾਨ ਨਹੀਂ, ਸਗੋਂ ਕੋਈ ਬੇਜਾਨ ਸਮਾਨ ਹੋਵੇ, ਇੱਕ ਬੋਝ ਹੋਵੇ। ਸੋਚ ਕੇ ਦੇਖੋ, ਇਸ ਸਥਿਤੀ ਦਾ ਸਭ ਤੋਂ ਵੱਡਾ ਦਰਦ ਕੀ ਸੀ? ਇਹੀ ਕਿ ਜਿਸ ਇਨਸਾਨ ਨੂੰ ਕਦੇ ਵੱਡੇ ਪਰਿਵਾਰ ਵਾਲਾ ਹੋਣ ਦਾ ਮਾਣ ਸੀ, ਅੱਜ ਉਸ ਕੋਲ ਸਿਰ ਛੁਪਾਉਣ ਲਈ ਆਪਣਾ ਕੋਈ ਪੱਕਾ ਟਿਕਾਣਾ ਹੀ ਨਹੀਂ ਸੀ। ਉਹਨਾਂ ਦੀ ਮੰਜੀ ਦੀ ਕੋਈ ਇੱਕ ਥਾਂ ਨਹੀਂ ਸੀ। ਅੱਛਾ, ਹੁਣ ਆਉਂਦੇ ਹਾਂ ਤੀਜੇ ਭਾਗ ਤੇ। ਇਹ ਉਹ ਹਿੱਸਾ ਹੈ ਜੋ ਕਹਾਣੀ ਦੇ ਸਭ ਤੋਂ ਅਹਿਮ ਵਿਚਾਰ, ਯਾਨੀ ਕਿ ਇਸ ਦੇ ਸਿਰਲੇਖ ਦੇ ਅਸਲ ਮਤਲਬ ਨੂੰ ਖੋਲਦਾ ਹੈ। ਹਾਂ, ਪਰ ਇੱਕ ਗੱਲ ਹੋਰ ਹੈ, ਸਾਰੇ ਪੁੱਤਰ ਇੱਕੋ ਜਿਹੇ ਨਹੀਂ ਸਨ। ਜ਼ਿਆਦਾਤਰ ਪੁੱਤਰਾਂ ਲਈ ਬਾਬਾ ਸਿਰਫ ਇੱਕ ਬੋਝ ਸੀ, ਜਿਸ ਦੀਆਂ ਲੋੜਾਂ ਪੂਰੀਆਂ ਕਰਨਾ ਉਹ ਇੱਕ ਮਜਬੂਰੀ ਸਮਝਦੇ ਸਨ। ਉਹਨਾਂ ਵਿੱਚੋਂ ਇੱਕ ਪੁੱਤਰ ਪ੍ਰੀਤੂ ਤਾਂ ਸ਼ਰਾਬ ਦੇ ਨਸ਼ੇ ਵਿੱਚ ਆਪਣੇ ਪਿਤਾ ਦੀ ਬੇਇੱਜ਼ਤੀ ਕਰਨ ਤੋਂ ਵੀ ਨਹੀਂ ਸੰਗਦਾ ਸੀ। ਪਰ ਇਸ ਹਨੇਲੇ ਵਿੱਚ ਇੱਕ ਛੋਟੀ ਜਿਹੀ ਉਮੀਦ ਦੀ ਕਿਰਨ ਵੀ ਸੀ। ਸਭ ਤੋਂ ਛੋਟਾ ਪੁੱਤਰ ਜੋ ਚੁੱਪਚਾਪ ਬਿਨਾਂ ਕਿਸੇ ਸ਼ਿਕਵੇ ਦੇ ਆਪਣੇ ਪਿਤਾ ਦੀ ਸੇਵਾ ਕਰਦਾ ਰਿਹਾ। ਇਹ ਸਭ ਕੁਝ ਦੇਖਦੇ ਹੋਏ ਮਨ ਵਿੱਚ ਇੱਕ ਸਵਾਲ ਆਉਂਦਾ ਹੈ, ਲੇਖਕ ਨੇ ਇਸ ਕਹਾਣੀ ਦਾ ਨਾਂ ਦੁੱਧ ਤੇ ਪੁੱਤ ਹੀ ਕਿਉਂ ਰੱਖਿਆ ਹੋਵੇਗਾ? ਕੀ ਮਤਲਬ ਹੋ ਸਕਦਾ ਹੈ ਇਸ ਦਾ? ਤਾਂ ਸੁਣੋ, ਇਹ ਸਿਰਲੇਖ ਇੱਕ ਬਹੁਤ ਹੀ ਡੂੰਘੇ ਪੰਜਾਬੀ ਮੁਹਾਵਰੇ ਤੇ ਆਧਾਰਿਤ ਹੈ। ਜਿਵੇਂ ਦੁੱਧ ਫਟ ਜਾਵੇ ਤਾਂ ਉਸ ਦੀ ਕੋਈ ਕੀਮਤ ਨਹੀਂ ਰਹਿੰਦੀ, ਠੀਕ ਉਸੇ ਤਰ੍ਹਾਂ ਜੇ ਪੁੱਤਰਾਂ ਨੂੰ ਸਹੀ ਸੰਸਕਾਰ ਨਾ ਮਿਲਣ ਤਾਂ ਉਹ ਵੀ ਵਿਗੜ ਜਾਂਦੇ ਨੇ ਤੇ ਆਪਣੀਆਂ ਸਾਰੀਆਂ ਨੈਤਿਕ ਜ਼ਿੰਮੇਵਾਰੀਆਂ ਭੁੱਲ ਜਾਂਦੇ ਨੇ। ਬਾਬਾ ਬਰੂ ਵੀ ਇਹੀ ਸੋਚਦਾ ਹੈ ਕਿ ਦੁੱਧ ਤੇ ਪੁੱਤ ਵਿਗੜਦਿਆਂ ਚਿਰ ਨਹੀਂ ਲਾਉਂਦੇ। ਤੇ ਹੁਣ ਆਖਰੀ ਭਾਗ ਵਿੱਚ ਅਸੀਂ ਇਹ ਦੇਖਾਂਗੇ ਕਿ ਕਿਵੇਂ ਬਾਬਾ ਬਰੂ ਦੀ ਇਹ ਨਿੱਜੀ ਕਹਾਣੀ ਇੱਕ ਬਹੁਤ ਵੱਡੇ ਸਮਾਜਿਕ ਮੁੱਦੇ ਤੇ ਗੱਲ ਕਰਦੀ ਹੈ ਤੇ ਸਾਨੂੰ ਸਾਰਿਆਂ ਨੂੰ ਇੱਕ ਚੇਤਾਵਨੀ ਵੀ ਦਿੰਦੀ ਹੈ। ਦੇਖੋ, ਇਹ ਕਹਾਣੀ ਸਿਰਫ ਬਾਬਾ ਬਰੂ ਦੀ ਨਹੀਂ ਹੈ, ਇਹ ਤਾਂ ਸਾਡੇ ਸਮਾਜ ਨੂੰ ਸ਼ੀਸ਼ਾ ਦਿਖਾ ਰਹੀ ਹੈ। ਇਹ ਉਸ ਬਦਲਾਅ ਨੂੰ ਸਾਹਮਣੇ ਲਿਆਉਂਦੀ ਹੈ ਜਿੱਥੇ ਪਰਿਵਾਰਕ ਫਰਜ਼ ਤੇ ਬਜ਼ੁਰਗਾਂ ਦੇ ਸਤਿਕਾਰ ਦੀ ਥਾਂ ਹੁਣ ਪੈਸੇ ਤੇ ਖੁਦਗਰਜ਼ੀ ਨੇ ਲੈ ਲਈ ਹੈ। ਲੇਖਕ ਇਸੇ ਕੌੜੀ ਸੱਚਾਈ ਤੇ ਇੱਕ ਤਿੱਖਾ ਵਾਰ ਕਰਦੀ ਹੈ। ਜੇਕਰ ਇਸ ਪੂਰੀ ਕਹਾਣੀ ਦਾ ਸਾਰ ਇੱਕ ਲਫ਼ਜ਼ ਵਿੱਚ ਕੱਢਣਾ ਹੋਵੇ ਤਾਂ ਉਹ ਹੈ ਬੇਕਦਰੀ। ਇਹ ਕਹਾਣੀ ਮਾਪਿਆਂ ਦੀ ਬੇਕਦਰੀ ਦੇ ਇਸ ਇੱਕੋ ਇੱਕ ਪਰ ਬਹੁਤ ਹੀ ਸ਼ਕਤੀਸ਼ਾਲੀ ਵਿਸ਼ੇ ਤੇ ਕੇਂਦਰਿਤ ਹੈ, ਜੋ ਅੱਜ ਦੇ ਸਮੇਂ ਵਿੱਚ ਇੱਕ ਵੱਡੀ ਸਮਾਜਿਕ ਸਮੱਸਿਆ ਬਣਦੀ ਜਾ ਰਹੀ ਹੈ। ਤਾਂ ਫਿਰ ਸਾਨੂੰ ਇਸ ਕਹਾਣੀ ਤੋਂ ਸਿੱਖਣ ਨੂੰ ਕੀ ਮਿਲਦਾ ਹੈ? ਇਹ ਇੱਕ ਸਖਤ ਚੇਤਾਵਨੀ ਹੈ ਕਿ ਜਦੋਂ ਅਸੀਂ ਆਪਣੀਆਂ ਨੈਤਿਕ ਕਦਰਾਂ ਕੀਮਤਾਂ ਨੂੰ ਭੁੱਲ ਜਾਂਦੇ ਹਾਂ ਤਾਂ ਅਸੀਂ ਅਸਲ ਵਿੱਚ ਆਪਣੇ ਆਪ ਨੂੰ ਹੀ ਤਬਾਹ ਕਰਦੇ ਹਾਂ।
ਇਹ ਸਾਨੂੰ ਯਾਦ ਦਿਵਾਉਂਦੀ ਹੈ ਕਿ ਪੈਸਾ ਕਦੇ ਵੀ ਰਿਸ਼ਤਿਆਂ ਤੋਂ ਵੱਡਾ ਨਹੀਂ ਹੋ ਸਕਦਾ ਤੇ ਮਾਪਿਆਂ ਪ੍ਰਤੀ ਸਾਡਾ ਫਰਜ਼ ਇੱਕ ਅਜਿਹਾ ਕਰਜ਼ ਹੈ ਜਿਸ ਨੂੰ ਕਦੇ ਵੀ ਭੁਲਾਉਣਾ ਨਹੀਂ ਚਾਹੀਦਾ। ਤੇ ਅੰਤ ਵਿੱਚ ਇਹ ਕਹਾਣੀ ਸਾਡੇ ਸਾਰਿਆਂ ਲਈ ਇੱਕ ਸਵਾਲ ਛੱਡ ਜਾਂਦੀ ਹੈ। ਇਸ ਬਦਲਦੇ ਸਮਾਜ ਵਿੱਚ ਜੇ ਅਸੀਂ ਆਪਣੇ ਬਜ਼ੁਰਗਾਂ ਨੂੰ ਇਸੇ ਤਰ੍ਹਾਂ ਪਿੱਛੇ ਛੱਡਦੇ ਰਹੇ ਤਾਂ ਇਸ ਦੀ ਅਸਲ ਕੀਮਤ ਕੌਣ ਚੁਕਾਵੇਗਾ? ਸਿਰਫ ਉਹ ਜਾਂ ਫਿਰ ਸਾਡਾ ਪੂਰਾ ਸਮਾਜ? ਇਸ ਬਾਰੇ ਸੋਚ ਵਿਚਾਰ ਕਰਨਾ ਬਹੁਤ ਜ਼ਰੂਰੀ ਹੈ।